ਹੈਲੋ ਪਿਆਰੇ ਬੱਚਿਓ, ਅੱਜ ਅਸੀਂ ਕੰਪਿਊਟਰ ਐਪਲੀਕੇਸ਼ਨ ਦਾ ਟੌਪਿਕ ਇਨਪੁੱਟ ਡਿਵਾਈਸਿਸ ਕਰਾਂਗੇ, ਜਿਸ ਨੂੰ ਪੰਜਾਬੀ ਵਿੱਚ ਇਨਪੁੱਟ ਉਪਕਰਨ ਕਿਹਾ ਜਾਂਦਾ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ, ਕੰਪਿਊਟਰ ਦੇ ਕੰਮ ਕਰਨ ਵਾਸਤੇ ਦੋ ਤਰ੍ਹਾਂ ਦੇ ਡਿਵਾਈਸਿਸ ਯੂਜ਼ ਹੁੰਦੇ ਨੇ। ਇੱਕ ਨੇ ਉਹਨਾਂ ਵਿੱਚੋਂ ਇਨਪੁੱਟ ਡਿਵਾਈਸਿਸ, ਇੱਕ ਦੂਸਰੇ ਹੁੰਦੇ ਨੇ ਆਊਟਪੁੱਟ ਡਿਵਾਈਸਿਸ। ਅੱਜ ਅਸੀਂ ਇਨਪੁੱਟ ਡਿਵਾਈਸਿਸ ਦੇ ਬਾਰੇ ਵਿੱਚ ਪੜ੍ਹਾਂਗੇ ਕਿ ਇਹ ਕੀ ਹੁੰਦੇ ਹਨ ਅਤੇ ਕਿਹੜੀ ਤਰ੍ਹਾਂ ਦੇ ਹੁੰਦੇ ਹਨ। ਸਭ ਤੋਂ ਪਹਿਲਾ ਇਨਪੁੱਟ ਡਿਵਾਈਸ ਹੈ ਕੀਬੋਰਡ। ਜਿਵੇਂ ਕਿ ਤੁਸੀਂ ਦੇਖਿਆ ਹੀ ਹੋਵੇਗਾ ਕਿ ਕੰਪਿਊਟਰ ਦੇ ਨਾਲ ਅਟੈਚ ਕੀਬੋਰਡ, ਜਿਸ ਦੀ ਮਦਦ ਦੇ ਨਾਲ ਅਸੀਂ ਕਿਸੇ ਤਰ੍ਹਾਂ ਦੀ ਵੀ ਅਲਫਾਬੈਟਸ, ਨੂਮੈਰੀਕਲ ਨੰਬਰਸ ਅਸੀਂ ਕੰਪਿਊਟਰ ਦੀ ਸਕਰੀਨ 'ਤੇ ਟਾਈਪ ਕਰ ਸਕਦੇ ਹਾਂ। ਕੀਬੋਰਡ ਦੀ ਮਦਦ ਦੇ ਨਾਲ ਅਸੀਂ ਜਮਾ ਘਟਾ, ਕਈ ਤਰ੍ਹਾਂ ਦੇ ਹੋਰ ਫੰਕਸ਼ਨਲ ਕੀਜ਼ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਕੀਬੋਰਡ ਕੀ ਹੈ? ਕੀਬੋਰਡ ਇਜ਼ ਦ ਬੇਸਿਕ ਇਨਪੁੱਟ ਡਿਵਾਈਸ ਇਨ ਅ ਕੰਪਿਊਟਰ ਸਿਸਟਮ। ਇਹ ਕੰਪਿਊਟਰ ਦਾ ਇੱਕ ਮੇਨ ਬੇਸਿਕ ਇਨਪੁੱਟ ਡਿਵਾਈਸ ਹੈ। It is used for entering text and numbers. ਇਹ ਟੈਕਸਟ ਮਤਲਬ ਕੋਈ ਕਿਸੇ ਦਾ ਨਾਮ ਲਿਖਣਾ ਹੈ, ਅਸੀਂ ਉਹ ਲਿਖ ਸਕਦੇ ਹਾਂ ਜਾਂ ਨੰਬਰ ਟਾਈਪ ਇਸ ਦੀ ਮਦਦ ਨਾਲ ਕਰ ਸਕਦੇ ਹਾਂ। A standard keyboard has 101 or 102 keys and is also known as QWERTY keyboard, where each character is represented by the first 6 alphabetic keys of keyboard of the top row. ਸਟੈਂਡਰਡ ਕੀਬੋਰਡ ਦੇ ਵਿੱਚ 101 ਤੋਂ ਲੈ ਕੇ 102 ਕੀਜ਼ ਜਿਹੜੇ ਇਹਦੇ ਬਟਨਸ ਲੱਗੇ ਹੁੰਦੇ ਹਨ, ਜਿਸ ਨੂੰ ਅਸੀਂ ਕੁਆਟੀ ਕਹਿੰਦੇ ਹਾਂ। ਕੁਆਟੀ ਤੁਸੀਂ ਜਿਵੇਂ ਕਿ ਦੇਖ ਹੀ ਰਹੇ ਹੋ, ਕੀਬੋਰਡ ਦੇ ਉੱਤੇ ਸਭ ਤੋਂ ਪਹਿਲੀ ਰੋ ਜਿਸ ਦੇ ਵਿੱਚ ਅਲਫਾਬੈਟਸ ਲਿਖੇ ਹਨ, ਉਹ ਸ਼ੁਰੂ ਹੋ ਰਹੇ ਨੇ QWERTY। ਇਸ ਲਈ ਇਸ ਨੂੰ ਕੁਆਟੀ ਕਿਹਾ ਜਾਂਦਾ ਹੈ। The keyboard has numbers of keys on it. ਕੀਬੋਰਡ ਦੇ ਉੱਤੇ ਕਈ ਤਰ੍ਹਾਂ ਦੇ ਕੀਜ਼ ਨੇ which can be grouped under different categories, ਜਿਨ੍ਹਾਂ ਨੂੰ ਅਲੱਗ-ਅਲੱਗ ਕੈਟਾਗਰੀਜ਼ 'ਚ ਅਸੀਂ ਗਰੁੱਪ ਕੀਤਾ ਹੈ। ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲੀ ਕੈਟਾਗਰੀ ਹੈ ਅਲਫਾ ਨੂਮੈਰਿਕ ਕੀਜ਼। ਅਲਫਾ ਨੂਮੈਰਿਕ ਕੀਜ਼ ਮਤਲਬ ਆਲ ਦਾ ਅਲਫਾਬੈਟਿਕ ਕੀਜ਼। ਅਲਫਾਬੈਟਸ ਤੁਸੀਂ ਜਾਣਦੇ ਹੋ, A ਤੋਂ ਲੈ ਕੇ Z ਤੱਕ ਜਿੰਨੇ ਵੀ ਅਲਫਾਬੈਟਸ ਨੇ ਉਹਨਾਂ ਨੂੰ ਅਸੀਂ ਅਲਫਾਬੈਟਸ ਕਹਿੰਦੇ ਹਾਂ। ਅਤੇ ਨੰਬਰਸ ਕਿਹੜੇ ਨੇ? ਨੰਬਰ ਕੀਜ਼ 0 to 9। ਸੋ ਅਲਫਾ ਨੂਮੈਰਿਕ ਕੀਜ਼ ਕਿਹੜੀਆਂ ਹੋ ਗਈਆਂ? ਆਲ ਅਲਫਾਬੈਟਸ ਐਂਡ ਨੰਬਰਸ ਫਰੋਮ 0 to 9 ਐਂਡ ਅਲਫਾਬੈਟਸ ਫਰੋਮ A to Z। These are alphanumeric keys. And second is function keys. Function keys such as tab ਦਾ ਨਿਸ਼ਾਨ ਹੁੰਦਾ ਹੈ। ਕੀ ਹੁੰਦਾ ਹੈ? ਕੈਪਸ ਲੌਕ ਹੁੰਦਾ ਹੈ, ਜਿਸ ਦੇ ਨਾਲ ਅਸੀਂ ਅਲਫਾਬੈਟਸ ਜਿਹੜੇ ਨੇ ਵੱਡੇ ਜਾਂ ਛੋਟੇ ਲਿਖ ਸਕਦੇ ਹਾਂ। ਐਂਟਰ ਕੀ ਹੈ। ਦੈਨ ਕੀਜ਼ ਨੇ F1 ਤੋਂ ਲੈ ਕੇ F12 ਤੱਕ, ਇਹ ਸ਼ਾਰਟਕਟ ਕੀਜ਼ ਹੁੰਦੀਆਂ ਨੇ। ਫੰਕਸ਼ਨ ਕੀਜ਼ ਹੁੰਦੀਆਂ ਨੇ, ਵੱਖਰੇ ਫੰਕਸ਼ਨਸ ਵਾਸਤੇ ਅਸੀਂ ਇਹਨਾਂ ਨੂੰ ਇਸਤੇਮਾਲ ਕਰਦੇ ਹਾਂ। ਸੋ ਇਸ ਤੋਂ ਅਗਲੀ ਹੈ ਸਾਡੇ ਕੋਲ ਕਰਸਰ ਮੂਵਮੈਂਟ ਕੀਜ਼। ਕਰਸਰ ਮੂਵਮੈਂਟ ਸਚ ਐਜ਼ ਐਰੋ ਕੀਜ਼, ਪੇਜ ਅਪ ਡਾਊਨ ਕੀਜ਼, ਦੈਨ ਹੋਮ ਐਂਡ ਕੀਜ਼, ਇਹ ਕਰਸਰ ਮੂਵਮੈਂਟ ਕੀਜ਼ ਵਿੱਚ ਆਉਂਦੀਆਂ ਹਨ। ਚੌਥੀ ਹੈ ਨੂਮੈਰਿਕ ਕੀਪੈਡ। ਆਲ ਦ 10 digits 0 to 9 ਐਂਡ ਮੈਥਮੈਟੀਕਲ ਓਪਰੇਟਰ। ਮੈਥਮੈਟੀਕਲ ਓਪਰੇਟਰ ਕਿਹੜੇ ਨੇ? ਪਲੱਸ ਦਾ ਸਾਈਨ, ਮਾਈਨਸ ਦਾ ਸਾਈਨ, ਮਲਟੀਪਲੀਕੇਸ਼ਨ, ਡਿਵੀਜ਼ਨ ਐਕਸੈਟਰਾ। ਇਸ ਤਰ੍ਹਾਂ ਦੇ ਸਾਰੇ ਸਾਈਨ ਓਪਰੇਸ਼ਨਲ ਜਿਹੜੇ ਸਾਡੇ ਮੈਥਮੈਟੀਕਲ ਓਪਰੇਟਰਸ ਨੇ, ਜਿਹੜੇ ਯੂਜ਼ ਹੁੰਦੇ ਨੇ ਨੂਮੈਰਿਕ ਕੀਪੈਡ ਦੇ ਵਿੱਚ। ਐਂਡ ਨੈਕਸਟ ਇਜ਼ ਸਪੈਸ਼ਲ ਪਰਪਸ ਕੀਜ਼, ਜਿਹੜੀਆਂ ਸਪੈਸ਼ਲ ਪਰਪਸ ਵਾਸਤੇ ਯੂਜ਼ ਹੁੰਦੀਆਂ ਨੇ, ਜਿਵੇਂ ਕਿ ਐਸਕੇਪ ਕੀ ਹੈ, ਡੈਲ ਕੀ ਹੈ ਜਿਹੜਾ ਡਿਲੀਟ ਕਰਦੇ ਹਾਂ, ਪੌਜ਼ ਜਿੰਨਾ ਰੋਕਦੇ ਹਾਂ, ਪ੍ਰਿੰਟ ਸਕਰੀਨ ਐਕਸੈਟਰਾ। ਦੀਜ਼ ਆਰ ਸਪੈਸ਼ਲ ਪਰਪਸ ਕੀਜ਼। ਸੋ ਇਹ ਸੀ ਕੀਬੋਰਡ ਦੇ ਵੱਖ-ਵੱਖ ਤਰ੍ਹਾਂ ਦੇ ਕੀਜ਼
ਜਿਸ ਦੀ ਮਦਦ ਦੇ ਨਾਲ ਅਸੀਂ ਕੀਬੋਰਡ ਦੇ ਉੱਤੇ ਆਸਾਨੀ ਦੇ ਨਾਲ ਕੰਮ ਕਰ ਸਕਦੇ ਹਾਂ। ਸੋ ਕੀਬੋਰਡ ਇਜ਼ ਦਾ ਫਸਟ input device of computer. Next one is ਪੰਜਾਬੀ ਦੇ ਵਿੱਚ ਕੀਬੋਰਡ ਕੀ ਹੈ? ਕੀਬੋਰਡ ਮੁੱਖ ਇਨਪੁਟ ਯੰਤਰ ਹੈ। ਇਸ ਨੂੰ ਟੈਕਸਟ ਅਤੇ ਗਿਣਤੀ ਨੂੰ ਦਾਖਲ ਕਰਨ ਲਈ ਪ੍ਰਯੋਗ ਕੀਤਾ ਜਾਂਦਾ ਹੈ। ਟੈਕਸਟ ਕੋਈ ਵੀ ਤਰ੍ਹਾਂ ਦਾ ਨਾਮ, ਕੋਈ ਲੈਟਰ ਟਾਈਪ ਕਰਨੀ ਹੈ, ਟੈਕਸਟ ਟਾਈਪ ਕਰਨ ਵਾਸਤੇ, ਗਿਣਤੀ ਦਾਖਲ ਕਰਨ ਵਾਸਤੇ ਇਸ ਦਾ ਪ੍ਰਯੋਗ ਕਰਦੇ ਹਾਂ। ਇੱਕ ਮਾਨਕ ਕੀਬੋਰਡ ਵਿੱਚ 101 ਤੋਂ ਲੈ ਕੇ 102 ਕੀ ਹਨ ਅਤੇ ਇਸ ਨੂੰ ਕੁਆਟੀ ਕੀਬੋਰਡ ਕਹਿੰਦੇ ਹਨ। ਇੱਕ ਸਟੈਂਡਰਡ ਜਿਹੜਾ ਮਾਨਕ ਸਟੈਂਡਰਡ ਕੀਬੋਰਡ ਹੈ ਉਸ ਦੇ ਵਿੱਚ 101 ਤੋਂ ਲੈ ਕੇ 102 ਤੱਕ ਕੀਜ਼ ਹੁੰਦੇ ਨੇ, ਜਿਸ ਨੂੰ ਕੁਆਟੀ ਕਹਿੰਦੇ ਹਨ। ਜਿੱਥੇ ਹਰੇਕ ਸ਼ਬਦ ਨੂੰ ਪਹਿਲੇ 6 ਸ਼ਬਦਾਂ ਦੀ ਕੀ ਨੂੰ ਪਹਿਲੇ ਉੱਚ ਲਾਈਨ ਵਿੱਚ ਕੀਬੋਰਡ ਦੇ ਅਨੁਸਾਰ ਲਿਆ ਜਾਂਦਾ ਹੈ। ਪਹਿਲੇ ਜਿਹੜੇ ਦੇ 6 ਜਿਹੜੇ ਕੀਜ਼ ਨੇ, ਇਹਦੇ ਅਲਫਾਬੈਟਸ ਨੇ, ਉਹ QWERTY ਤੋਂ ਸ਼ੁਰੂ ਹੁੰਦੇ ਹਨ, ਇਸ ਲਈ ਇਸ ਨੂੰ ਕੁਆਟੀ ਕਿਹਾ ਜਾਂਦਾ ਹੈ। ਕੀਬੋਰਡ ਦੀ ਗਿਣਤੀ ਕੀ ਹੈ? ਜਿਨ੍ਹਾਂ ਨੂੰ ਵਿਭਿੰਨ ਸ਼੍ਰੇਣੀਆਂ ਅਧੀਨ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ। ਕੀਬੋਰਡ ਦੇ ਕੀਜ਼ ਨੂੰ ਅਸੀਂ ਵੱਖਰੀਆਂ ਵੱਖਰੀਆਂ ਸ਼੍ਰੇਣੀਆਂ ਦੇ ਵਿੱਚ ਵਰਗੀਕ੍ਰਿਤ ਜਾਂ ਡਿਵਾਈਡ ਕਰਦੇ ਹਾਂ। ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲੀ ਹੈ ਕੀ। ਅਲਫਾ ਨੂਮੈਰਿਕ ਦੇ ਵਿੱਚ ਕੀ ਹੈ? ਇਸ ਕੀ ਵਿੱਚ A ਤੋਂ ਲੈ ਕੇ Z ਅਤੇ ਗਿਣਤੀ ਦੀ ਕੀ ਸ਼ਾਮਿਲ ਹੁੰਦੇ ਹਨ। ਸੰਖਿਆ ਇਹਦੀ 0 ਤੋਂ 9 ਤੱਕ ਹੁੰਦੀ ਹੈ। ਇਹ 'ਚ ਅਲਫਾਬੈਟਸ A ਤੋਂ ਲੈ ਕੇ Z ਤੱਕ ਅਤੇ ਜਿਹੜੇ ਨੰਬਰ ਨੇ ਉਹ 0 ਤੋਂ ਲੈ ਕੇ 9 ਤੱਕ ਹੁੰਦੇ ਨੇ। ਅਲਫਾ ਨੂਮੈਰਿਕ ਕੀ ਅਖਵਾਉਂਦੇ ਹਨ। ਅਗਲੀ ਸਾਡੇ ਕੋਲ ਕੀ ਹੈ? ਕੰਮ ਕੀ, ਜਿਵੇਂ ਟੈਬ, ਕੈਪਸਲੌਕ, ਐਂਟਰ ਕੀ ਜਾਂ F1 ਤੋਂ ਲੈ ਕੇ F12 ਤੱਕ ਜਿੰਨੇ ਵੀ ਕੀਜ਼ ਨੇ ਉਹ ਕੰਮ ਕੀ, ਜਿਹੜੇ ਕੰਮ ਕਰਨ ਵਿੱਚ ਸਾਨੂੰ ਮਦਦ ਕਰਦੇ ਹਨ, ਕੋਈ ਸਪੈਸ਼ਲ ਪਰਪਸ ਵਾਸਤੇ ਯੂਜ਼ ਕੀਤੇ ਜਾਂਦੇ ਹਨ। ਕਰਸਰ ਗਤੀਸ਼ੀਲਤਾ ਕੀਜ਼, ਕਰਸਰ ਨੂੰ ਦੀ ਮੂਵਮੈਂਟ, ਐਰੋਜ਼ ਦੀ ਮੂਵਮੈਂਟ, ਅਜਿਹੇ ਕੀਜ਼ ਪੰਨੇ ਉੱਪਰ ਹੇਠਾਂ, ਹੋਮ, ਐਂਡ ਕੀਜ਼ ਆਦਿ ਕਹਾਉਂਦੇ ਹਨ। ਨਿਊਮੈਰਿਕ ਕੀ, ਨਿਊਮੈਰਿਕ ਕੀਜ਼ ਵਿੱਚ ਕੀ ਆਉਂਦੇ ਹਨ? ਇਹ 10 ਡਿਜਿਟ ਹੁੰਦੇ ਹਨ 0 ਤੋਂ ਲੈ ਕੇ 9 ਤੱਕ। ਇਸ ਦੇ ਵਿੱਚ ਆਪਰੇਟਰਸ ਵੀ ਹੁੰਦੇ ਹਨ ਗਣਤ ਦੇ, ਜਿਹੜੇ ਕਿ ਜਮ੍ਹਾਂ, ਘਟਾ, ਭਾਗ ਸਾਰੇ ਆਪਰੇਟਰਸ ਇਸ ਦੇ ਵਿੱਚ ਸ਼ਾਮਿਲ ਹੁੰਦੇ ਹਨ। ਵਿਸ਼ੇਸ਼ ਕੰਮ ਕੀਜ਼ ਜਿਵੇਂ ਐਸਕੇਪ, ਡੈਲ, ਪੌਜ਼, ਪ੍ਰਿੰਟ ਸਕਰੀਨ ਆਦਿ, ਇਹ ਵਿਸ਼ੇਸ਼ ਕੰਮਾਂ ਵਾਸਤੇ ਕੀਜ਼ ਨੂੰ ਅਸੀਂ ਵਰਤੋਂ ਵਿੱਚ ਲਿਆਉਂਦੇ ਹਾਂ। ਇਸ ਤੋਂ ਬਾਅਦ ਸਾਡੇ ਕੋਲ ਆਉਂਦਾ ਹੈ ਮਾਊਸ। ਮਾਊਸ ਜਿਸ ਦੀ ਮਦਦ ਦੇ ਨਾਲ ਅਸੀਂ ਕਰਸਰ ਦੀ ਮੂਵਮੈਂਟ ਨੂੰ ਕੰਟਰੋਲ ਕਰਦੇ ਹਾਂ। ਮਾਊਸ ਕੀ ਹੈ? A mouse is a handheld device that allows you to select and moves item on your screen. ਮਾਊਸ ਇੱਕ handheld means ਹੱਥ ਨਾਲ ਚੱਲਣ ਵਾਲਾ ਯੰਤਰ ਹੈ, ਜਿਸ ਦੀ ਮਦਦ ਦੇ ਨਾਲ ਅਸੀਂ ਕਰਸਰ ਦੀ ਮੂਵਮੈਂਟ ਨੂੰ ਸਿਲੈਕਟ ਕਰਦੇ ਹਾਂ। ਹੈਲਪ ਦੇ ਨਾਲ ਕੋਈ ਆਈਟਮ ਨੂੰ ਸਿਲੈਕਟ ਕਰਦੇ ਹਾਂ, ਕਰਸਰ ਦੀ ਮੂਵਮੈਂਟ ਨੂੰ ਕੰਟਰੋਲ ਕਰਦੇ ਹਾਂ। ਇਟ ਇਜ਼ ਸੋ ਕਾਲਡ ਬਿਕੋਜ਼ ਇਟਸ ਸ਼ੇਪ ਇਜ਼ ਲਾਈਕ ਅ ਮਾਊਸ। ਇਸ ਨੂੰ ਇਸ ਲਈ ਮਾਊਸ ਕਿਹਾ ਜਾਂਦਾ ਹੈ ਕਿਉਂਕਿ ਇਸ ਦੀ ਆਕਾਰ, ਇਸ ਦੀ ਬਣਤਰ ਇੱਕ ਮਾਊਸ ਦੀ ਤਰ੍ਹਾਂ, ਇੱਕ ਚੂਹੇ ਦੀ ਤਰ੍ਹਾਂ ਹੈ। The mouse is an input device that rolls around on a flat surface and controls the pointer. Mouse is an input device. Mouse ਇੱਕ input ਯੰਤਰ ਹੈ ਅਤੇ rolls around on a flat surface. ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਅਸੀਂ ਮਾਊਸ ਨੂੰ ਇੱਕ ਫਲੈਟ ਸਰਫੇਸ ਮੀਨਸ ਇੱਕ ਬਿਲਕੁਲ ਹੀ ਪਲੇਨ ਸਰਫੇਸ 'ਤੇ ਮੂਵਮੈਂਟ ਕਰਦੇ ਹਾਂ ਅਤੇ ਉਸ ਦੇ ਹੈਲਪ ਦੇ ਨਾਲ ਹੀ ਕਰਸਰ ਦੀ ਮੂਵਮੈਂਟ ਹੁੰਦੀ ਹੈ। ਉਹ ਕੰਟਰੋਲ ਕਰਦਾ ਹੈ ਪੁਆਇੰਟਰ ਨੂੰ। ਤਾਂ ਪੁਆਇੰਟਰ ਆਨ ਦਾ ਜਿਹੜਾ ਐਰੋ ਕੀ ਸਾਨੂੰ ਸਕਰੀਨ 'ਤੇ ਸ਼ੋ ਹੋ ਰਿਹਾ ਹੁੰਦਾ, ਛੋਟਾ ਜਿਹਾ ਐਰੋ, ਦੈਟ ਇਜ਼ ਪੁਆਇੰਟਰ। The pointer on the screen is shows with an arrow. This is used to select an object, access menu, manipulate graphs and text on the screen, and interact with the programs
as the mouse moves the pointer in a corresponding direction. Pointer on the screen is shown with an arrow. Pointer ਇੱਕ arrow ਦੀ ਤਰ੍ਹਾਂ ਦੇ ਰੂਪ ਵਿੱਚ ਸ਼ੋ ਹੁੰਦਾ ਹੈ ਸਾਨੂੰ ਸਕਰੀਨ 'ਤੇ, ਜਿਸ ਦੀ ਮਦਦ ਨਾਲ ਅਸੀਂ ਕੋਈ ਓਬਜੈਕਟ ਕਿਸੇ ਵੀ ਚੀਜ਼ ਨੂੰ ਸਿਲੈਕਟ ਕਰਨਾ ਉਹ ਕਰ ਸਕਦੇ ਹਾਂ ਉਸ 'ਤੇ ਕਲਿੱਕ ਕਰਕੇ। ਕਿਸੇ ਮੀਨੂ ਨੂੰ ਜਿੱਦਾਂ ਫਾਈਲ ਇਨਸਰਟ ਦੇ ਉੱਪਰ ਮੀਨੂਸ ਹੁੰਦੇ ਨੇ ਉਹਨਾਂ ਵਿੱਚੋਂ ਕੋਈ ਵੀ ਆਈਟਮ ਸਿਲੈਕਟ ਕਰਨੀ ਉਹ ਕਰ ਸਕਦੇ ਹਾਂ। ਕੋਈ ਗ੍ਰਾਫ ਹੈ ਉਸ ਨੂੰ ਵੱਡਾ ਛੋਟਾ ਕਰਨਾ ਹੈ ਉਹ ਕਰ ਸਕਦੇ ਹਾਂ। ਜਾਂ ਕਿਸੇ ਟੈਕਸਟ ਔਨ ਦਾ ਸਕਰੀਨ, ਕਿਸੇ ਟੈਕਸਟ 'ਤੇ 'ਚ ਕੋਈ ਆਲਟਰੇਸ਼ਨ ਕਰਨੀ ਹੈ ਉਹਦੀ ਮੂਵਮੈਂਟ ਕਰਕੇ ਅਸੀਂ ਕਰ ਸਕਦੇ ਹਾਂ। ਸੋ ਜਿਹੜਾ ਮਾਊਸ ਹੈ ਇਹ ਸੈਕਿੰਡ ਸਾਡੇ ਕੋਲ ਇਨਪੁਟ ਡਿਵਾਈਸ ਹੈ ਜਿਸ ਦੀ ਮਦਦ ਦੇ ਨਾਲ ਅਸੀਂ ਇਨਪੁਟ ਜਿਹੜੀ ਹੈ ਕੰਪਿਊਟਰ ਨੂੰ ਦੇ ਸਕਦੇ ਹਾਂ। ਪੰਜਾਬੀ ਵਿੱਚ ਇਸ ਨੂੰ ਕਹਾਂਗੇ ਮਾਊਸ ਹੱਥ ਵਿੱਚ ਫੜੇ ਜਾਣ ਵਾਲਾ ਇੱਕ ਉਪਕਰਨ ਹੈ ਜੋ ਕਿ ਸਕਰੀਨ ਉੱਪਰ ਆਈਟਮਾਂ ਨੂੰ ਚੁਣਨ ਅਤੇ ਗਤੀਸ਼ੀਲ ਬਣਾਉਣ ਦੀ ਸਹੂਲਤ ਪ੍ਰਦਾਨ ਕਰਦਾ ਹੈ, ਜਿਸ ਦੀ ਮਦਦ ਨਾਲ ਅਸੀਂ ਸਕਰੀਨ ਦੇ ਉੱਪਰ ਕੋਈ ਵੀ ਆਈਟਮ ਚੁਣਦੇ ਹਾਂ, ਸਲੈਕਟ ਕਰਦੇ ਹਾਂ ਜਾਂ ਉਸ ਨੂੰ ਗਤੀਸ਼ੀਲ ਇੱਧਰ ਤੋਂ ਉੱਧਰ ਸ਼ਿਫਟ ਕਰ ਸਕਦੇ ਹਾਂ। ਇਸ ਨੂੰ ਅਜਿਹਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਸ ਦਾ ਆਕਾਰ ਚੂਹੇ ਵਰਗਾ ਹੁੰਦਾ ਹੈ। ਇਸ ਨੂੰ ਮਾਊਸ ਕਿਉਂ ਕਹਿੰਦੇ ਹਨ? ਕਿਉਂਕਿ ਇਸ ਦਾ ਆਕਾਰ ਇੱਕ ਚੂਹੇ ਦੀ ਤਰ੍ਹਾਂ ਹੁੰਦਾ ਹੈ। ਮਾਊਸ ਇੱਕ ਅਜਿਹਾ ਇਨਪੁਟ ਯੰਤਰ ਹੈ ਜੋ ਕਿ ਪੱਧਰੀ ਸਤਹ ਉੱਪਰ ਆਲੇ ਦੁਆਲੇ ਘੁੰਮਦਾ ਹੈ ਅਤੇ ਪੁਆਇੰਟਰ ਨੂੰ ਕੰਟਰੋਲ ਕਰਦਾ ਹੈ। ਇਨਪੁਟ ਯੰਤਰ ਜਿਹੜਾ ਮਾਊਸ ਹੈ ਇਹ ਪੱਧਰੀ ਸਤਹ ਦੇ ਆਲੇ ਦੁਆਲੇ ਹੀ ਘੁੰਮਦਾ ਹੈ। ਇਹਦੇ ਨਾਲ ਪੁਆਇੰਟਰ ਜਿਹੜਾ ਹੈ ਕੰਟਰੋਲ ਹੁੰਦਾ ਹੈ। ਠੀਕ ਹੈ, ਪੁਆਇੰਟਰ ਨੂੰ ਕੰਟਰੋਲ ਕਰਦਾ ਹੈ। ਸਕਰੀਨ ਉੱਤੇ ਪੁਆਇੰਟਰ ਨੂੰ ਇੱਕ ਤੀਰ ਭਾਵ ਐਰੋ ਨਾਲ ਦਿਖਾਇਆ ਜਾਂਦਾ ਹੈ। ਐਰੋ ਦੇ ਰੂਪ ਦੇ ਵਿੱਚ ਅਸੀਂ ਪੁਆਇੰਟਰ ਨੂੰ ਸ਼ੋ ਕਰਦੇ ਹਾਂ ਸਕਰੀਨ 'ਤੇ। ਇਸ ਦਾ ਪ੍ਰਯੋਗ ਸਕਰੀਨ ਉੱਤੇ ਆਬਜੈਕਟ, ਐਕਸੈਸ ਮੀਨੂ, ਟੈਕਸਟ ਅਤੇ ਗ੍ਰਾਫਿਕ ਆਦਿ ਦੀ ਚੋਣ ਕਰਨ ਲਈ ਕੀਤਾ ਜਾ ਸਕਦਾ ਹੈ। ਗ੍ਰਾਫਸ ਦੀ ਕੋਈ ਸਿਲੈਕਸ਼ਨ ਕਰਨੀ ਹੈ, ਕੋਈ ਆਬਜੈਕਟ ਸਿਲੈਕਟ ਕਰਨਾ ਹੈ, ਕੋਈ ਮੀਨੂ ਬਾਰ 'ਚੋਂ ਕੋਈ ਚੀਜ਼ ਸਿਲੈਕਟ ਕਰਨੀ ਹੈ, ਉਹਨਾਂ ਸਾਰਿਆਂ ਵਾਸਤੇ ਅਸੀਂ ਮਾਊਸ ਦਾ ਜਾਂ ਪੁਆਇੰਟਰ ਦਾ ਇਸਤੇਮਾਲ ਕਰਦੇ ਹਾਂ। ਇਸ ਦਾ ਪ੍ਰਯੋਗ ਕਰਕੇ ਪੁਆਇੰਟਰ ਦੀ ਮਦਦ ਨਾਲ ਵਿਭਿੰਨ ਪ੍ਰਯੋਗਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਪੁਆਇੰਟਰ ਦੇ ਨਾਲ, ਮਾਊਸ ਦੀ ਹੈਲਪ ਦੇ ਨਾਲ ਅਸੀਂ ਕਿਸੇ ਵੀ ਆਈਟਮ ਨੂੰ ਸਕਰੀਨ ਦੇ ਉੱਪਰ ਸਿਲੈਕਟ ਕਰ ਸਕਦੇ ਹਾਂ। ਕਈ ਤਰ੍ਹਾਂ ਦੇ ਫੰਕਸ਼ਨ ਜਿਹੜੇ ਹੈ ਅਸੀਂ ਪਰਫੋਰਮ ਕਰ ਸਕਦੇ ਹਾਂ ਈਜ਼ੀਲੀ ਵਿਦ ਦ ਹੈਲਪ ਆਫ ਮਾਊਸ ਦੀ ਮਦਦ ਦੇ ਨਾਲ। ਸੋ ਇਹ ਸੀ ਸਾਡਾ ਦੂਸਰਾ ਇਨਪੁਟ ਉਪਕਰਨ। ਤੀਸਰਾ ਸਾਡਾ ਇਨਪੁਟ ਉਪਕਰਨ ਆਉਂਦਾ ਹੈ ਟਰੈਕ ਬਾਲ। ਜਿਵੇਂ ਕਿ ਤੁਸੀਂ ਚਿੱਤਰ ਦੇ ਵਿੱਚ ਦੇਖ ਰਹੇ ਹੋ, ਟਰੈਕ ਬਾਲ ਵੀ ਇੱਕ ਤਰ੍ਹਾਂ ਦੀ ਮਾਊਸ ਦੀ ਤਰ੍ਹਾਂ ਹੀ ਹੁੰਦੀ ਹੈ, ਪਰ ਇਸ ਦੇ ਵਿੱਚ ਜਿਹੜੀ ਬਾਲ ਹੈ ਉਹ ਉੱਪਰ ਲੱਗੀ ਹੁੰਦੀ ਹੈ ਅਤੇ ਅਸੀਂ ਬਾਲ ਦੀ ਮੂਵਮੈਂਟ ਨੂੰ ਆਪਣੇ ਹੱਥ ਨਾਲ ਕੰਟਰੋਲ ਕਰਦੇ ਹਾਂ। ਪੁਰਾਣੇ ਤਰ੍ਹਾਂ ਦੇ ਜਿਹੜੇ ਮਾਊਸ ਸੀ ਉਹਨਾਂ ਦੇ ਵਿੱਚ ਜਿਹੜੀ ਬਾਲ ਹੁੰਦੀ ਸੀ ਉਹ ਮਾਊਸ ਦੇ ਨੀਚੇ ਮੂਵਮੈਂਟ ਕਰਦੀ ਸੀ, ਪਰ ਹੁਣ ਜਿਹੜੇ ਨਵੇਂ ਟੈਕਨੀਕ ਵਾਲੇ ਮਾਊਸ ਆ ਗਏ ਨੇ ਉਹਨਾਂ ਦੇ ਵਿੱਚ ਇਹ ਬਾਲ ਇਨਬਿਲਡ ਅੰਦਰ ਹੀ ਹੁੰਦੀ ਹੈ, ਬਾਹਰ ਦਿਖਾਈ ਨਹੀਂ ਦਿੰਦੀ। ਪਰ ਜਿਹੜੀ ਇਹ ਟਰੈਕ ਬਾਲ ਹੈ ਇਸ ਦੇ ਵਿੱਚ ਬਾਲ ਜਿਹੜੀ ਹੈ ਉਹ ਉੱਪਰ ਦਿੱਤੀ ਗਈ ਹੈ। ਇਸ ਦੇ ਵਿੱਚ ਇਹ ਚੀਜ਼ ਟਰੈਕ ਬਾਲ ਹਿੱਲੇਗੀ ਨਹੀਂ, ਸਿਰਫ ਜਿਹੜੀ ਬਾਲ ਹੈ ਉਸ ਦੀ ਹੀ ਮੂਵਮੈਂਟ ਨੂੰ ਅਸੀਂ ਕੰਟਰੋਲ ਕਰਨਾ ਹੈ, ਉਸ ਨੂੰ ਹੀ ਅਸੀਂ ਇਸਤੇਮਾਲ ਵਿੱਚ ਲਿਆਉਣਾ ਹੈ। ਸੋ ਟਰੈਕ ਬਾਲ ਇਜ਼ ਐਨ ਇਨਪੁਟ ਡਿਵਾਈਸ ਦੈਟ ਇਜ਼ ਸਮਾਲਰ ਟੂ ਮਾਊਸ ਤੋਂ ਛੋਟਾ ਹੁੰਦਾ ਹੈ, ਬਟ ਦ ਓਨਲੀ ਡਿਫਰੈਂਸ ਇਜ਼ ਦੈਟ ਦ ਬਾਲ ਇਨ ਦਿਸ ਕੇਸ of track ball is placed on the top along with the buttons of the track ball। ਕਹਿੰਦਾ ਇਸ ਦਾ ਵਿੱਚ ਹੈ ਮਾਊਸ ਦੀ ਤਰ੍ਹਾਂ ਹੀ ਹੈ, ਪਰ ਇਹਦਾ ਅੰਤਰ ਕੀ ਇਹਦੇ ਵਿੱਚ ਕਿ ਇਸ ਦੇ ਵਿੱਚ ਬਾਲ ਜਿਹੜੀ ਹੈ ਉਹ ਉੱਪਰ ਲੱਗੀ ਹੁੰਦੀ ਹੈ ਅਤੇ ਨਾਲ ਹੀ ਸਾਨੂੰ ਬਟਨ ਦਿੱਤੇ ਹੁੰਦੇ ਹਨ ਜਿਸ ਦੇ ਮਦਦ ਨਾਲ ਅਸੀਂ ਇਹਨੂੰ ਕੰਟਰੋਲ ਕਰ ਸਕਦੇ ਹਾਂ। The movement of the cursor is controlled by the movement of the balls ਬਾਏ ਦ ਫਿੰਗਰ। ਠੀਕ ਹੈ, ਅਸੀਂ ਕਰਸਰ ਨੂੰ ਬਾਲ ਦੀ ਮਦਦ ਦੇ ਨਾਲ ਕੰਟਰੋਲ ਕਰਦੇ ਹਾਂ। ਅ ਟਰੈਕ ਬਾਲ ਰਿਕੁਆਇਰਸ ਲੈਸ ਸਪੇਸ ਦੈਨ ਅ ਮਾਊਸ। ਟਰੈਕ ਬਾਲ ਲਈ ਸਾਨੂੰ ਘੱਟ ਸਪੇਸ ਦੀ ਜ਼ਰੂਰਤ ਹੁੰਦੀ ਹੈ, ਬਿਕੋਜ਼ ਯੂ ਡੂ ਨਾਟ ਹੈਵ ਟੂ ਮੂਵ ਦ ਹੋਲ ਡਿਵਾਈਸ। ਸਾਨੂੰ ਮਾਊਸ ਤਾਂ ਪੂਰਾ ਮੂਵ ਕਰਨਾ ਪੈਂਦਾ ਹੈ, ਪਰ ਟਰੈਕ ਬਾਲ ਸਾਨੂੰ ਪੂਰੀ ਮੂਵ ਨਹੀਂ ਕਰਨੀ ਪਏਗੀ, ਸਿਰਫ ਉਹਦੀ ਬਾਲ ਨੂੰ ਹੀ ਮੂਵਮੈਂਟ ਨੂੰ ਹੀ ਫਿੰਗਰਸ ਦੇ ਨਾਲ ਕੰਟਰੋਲ ਕਰਾਂਗੇ।
ਸੋ ਪੰਜਾਬੀ ਵਿੱਚ ਟਰੈਕ ਬਾਲ ਇੱਕ ਇਨਪੁਟ ਯੰਤਰ ਹੈ ਜੋ ਕਿ ਮਾਊਸ ਵਰਗਾ ਹੀ ਹੁੰਦਾ ਹੈ, ਪਰੰਤੂ ਇਸ ਵਿੱਚ ਇਹ ਅੰਤਰ ਹੁੰਦਾ ਹੈ ਕਿ ਇਸ ਵਿੱਚ ਬਾਲ ਟਰੈਕ ਬਾਲ ਦੇ ਬਟਨਾਂ ਨਾਲ ਟਰੈਕ ਵਾਲ ਦੇ ਉੱਪਰ ਹੀ ਹੁੰਦੀ ਹੈ। ਠੀਕ ਹੈ, ਮਾਊਸ ਤੋਂ ਇਹਦਾ ਕੀ ਅੰਤਰ ਹੈ, ਇਸ ਦੇ ਉੱਤੇ ਬਾਲ ਜਿਹੜੀ ਆ ਉੱਪਰ ਹੁੰਦੀ ਹੈ, ਪਰ ਮਾਊਸ 'ਚ ਬਾਲ ਇਨਬਿਲਡ ਹੁੰਦੀ ਹੈ ਜਾਂ ਉਹਦੇ ਨੀਚੇ ਹੁੰਦੀ ਹੈ। ਉਂਗਲੀਆਂ ਦੇ ਨਾਲ ਹੀ ਇਸ ਨੂੰ ਅਸੀਂ ਹਿਲਾ ਕੇ ਗਤੀਸ਼ੀਲ ਬਣਾ ਸਕਦੇ ਹਾਂ। ਇੱਕ ਟਰੈਕ ਬਾਲ ਨੂੰ ਮਾਊਸ ਦੇ ਮੁਕਾਬਲੇ ਘੱਟ ਥਾਂ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਪ੍ਰਯੋਗਕਰਤਾ ਨੂੰ ਪੂਰੇ ਯੰਤਰ ਨੂੰ ਹਿਲਾਉਣ ਦੀ ਜ਼ਰੂਰਤ ਨਹੀਂ ਪੈਂਦੀ। ਟਰੈਕ ਬਾਲ ਸਿਰਫ ਬਾਲ ਦੀ ਮੂਵਮੈਂਟ ਕਰਨੀ ਹੈ, ਅਸੀਂ ਪੂਰਾ ਯੰਤਰ ਨਹੀਂ ਹਿਲਾਉਣਾ, ਇਸ ਲਈ ਇਸ ਨੂੰ ਘੱਟ ਸਪੇਸ ਦੀ, ਘੱਟ ਜਗ੍ਹਾ ਦੀ ਜ਼ਰੂਰਤ ਹੁੰਦੀ ਹੈ। ਸੋ ਇਹ ਸੀ ਸਾਡਾ ਤੀਸਰਾ ਇਨਪੁਟ ਉਪਕਰਨ। ਚੌਥਾ ਸਾਡੇ ਕੋਲ ਆਉਂਦਾ ਹੈ ਜੋਇਸਟਿਕ। ਜਿਵੇਂ ਕਿ ਚਿੱਤਰ ਤੋਂ ਤੁਹਾਨੂੰ ਕਲੀਅਰ ਹੋ ਰਿਹਾ ਹੈ, ਇਹ ਜੋਇਸਟਿਕ ਜ਼ਿਆਦਾਤਰ ਗੇਮਾਂ ਖੇਡਣ ਵਾਸਤੇ, ਖੇਡਾਂ ਵਾਸਤੇ ਗੇਮਸ ਕੰਟਰੋਲਰ ਦੇ ਰੂਪ ਦੇ ਵਿੱਚ ਕੰਮ ਕਰਦੀਆਂ ਹਨ। ਇਸ ਨੂੰ ਵੀ ਅਸੀਂ ਇੱਕ ਇਨਪੁਟ ਡਿਵਾਈਸ ਦੇ ਵਿੱਚ ਲਿਆ ਜਾਂਦਾ ਹੈ। ਜੋਇਸਟਿਕ, a joystick, a pointing device that works on the principle of trackball। ਜੋਇਸਟਿਕ ਜਿਹੜਾ ਹੈ ਇੱਕ ਪੁਆਇੰਟਿੰਗ ਡਿਵਾਈਸ ਹੈ that work on the principle of trackball। ਉਹ ਟਰੈਕਬਾਲ ਦੇ ਪ੍ਰਿੰਸੀਪਲ 'ਤੇ ਬੇਸ ਹੈ ਜੋਇਸਟਿਕ। ਜੋਇਸਟਿਕ ਨਾਲ ਕੀ ਹੈ, ਅਸੀਂ ਕੰਟਰੋਲ ਕਰਦੇ ਹਾਂ ਗੇਮਸ ਨੂੰ। ਇਟ ਇਜ਼ ਐਨ ਇਨਪੁਟ ਡਿਵਾਈਸ ਯੂਜ਼ ਇਨ ਪਲੇਇੰਗ ਗੇਮਸ। ਗੇਮਸ ਖੇਡਣ ਵਾਸਤੇ ਇਹਨੂੰ ਜੋਇਸਟਿਕ ਨੂੰ ਅਸੀਂ ਵਰਤਦੇ ਹਾਂ। ਇਟ ਇਜ਼ ਬੇਸਿਕਲੀ ਐਕਟ ਐਜ਼ ਐਨ ਗੇਮ ਕੰਟਰੋਲਰ। ਇਹਨੂੰ ਗੇਮ ਕੰਟਰੋਲਰ ਕਿਹਾ ਜਾਂਦਾ ਹੈ। ਟੂ ਮੇਕ ਦ ਮੂਵਮੈਂਟ ਆਫ ਕਰਸਰ ਟੂ ਦ ਡਿਜ਼ਾਇਰਡ ਪੋਜੀਸ਼ਨ, ਸਟਿਕ ਇਜ਼ ਯੂਜ਼ਡ। ਕਰਸਰ ਦੀ ਮੂਵਮੈਂਟ ਨੂੰ ਕੰਟਰੋਲ ਕਰਨ ਵਾਸਤੇ ਅਸੀਂ ਸਟਿਕ ਨੂੰ ਯੂਜ਼ ਕਰਦੇ ਹਾਂ। ਸਟਿਕ ਕੈਨ ਬੀ ਮੂਵਡ ਫਾਰਵਰਡ, ਬੈਕਵਰਡ, ਅੱਗੇ ਪਿੱਛੇ ਮੂਵ ਕਰਦੀ ਹੈ, ਲੈਫਟ ਰਾਈਟ। ਠੀਕ ਹੈ। ਪੋਟੈਂਸ਼ੀਓਮੀਟਰ ਆਰ ਯੂਜ਼ ਟੂ ਸੈਂਸ ਦ ਮੂਵਮੈਂਟ। ਪੋਟੈਂਸ਼ੀਓਮੀਟਰ ਕਹਿੰਦਾ ਇਹਦੇ ਵੀ ਜਿਹੜੇ ਪੋਟੈਂਸ਼ੀਓਮੀਟਰ ਹੈ ਉਹ ਸਾਡੀ ਮੂਵਮੈਂਟ ਨੂੰ ਸੈਂਸ ਕਰਦਾ, ਯੂਜ਼ ਟੂ ਸੈਂਸ ਦ ਮੂਵਮੈਂਟ। ਠੀਕ ਹੈ, ਮੂਵਮੈਂਟ ਨੂੰ ਸੈਂਸ ਕਰਕੇ ਉਹਦੇ ਹਿਸਾਬ ਦੇ ਨਾਲ ਜਿਹੜਾ ਹੈ ਵਰਕ ਕਰਦਾ ਹੈ। ਇਨ ਸਮ ਜੋਇਸਟਿਕ ਬਟਨ ਇਜ਼ ਪ੍ਰੈਜ਼ੈਂਟ ਔਨ ਦ ਟੋਪ ਆਫ ਸਟਿਕ। ਕੁਛ ਜਿਹੜੇ ਜੋਇਸਟਿਕ ਨੇ ਉਹਨਾਂ ਦੇ ਉੱਪਰ ਬਟਨ ਹੁੰਦੇ ਹਨ ਵਿਚ ਹੈਲਪਸ ਟੂ ਸਿਲੈਕਟ ਦ ਆਪਸ਼ਨ, ਜਿਹਦੇ ਨਾਲ ਅਸੀਂ ਸਿਲੈਕਸ਼ਨ ਜਿਹੜੀ ਹੈ ਆਪਸ਼ਨਸ ਦੀ ਆਸਾਨੀ ਨਾਲ ਕਰ ਸਕਦੇ ਹਾਂ। ਕਰੰਟਲੀ ਪੁਆਇੰਟਡ ਬਾਏ ਦ ਕਰਸਰ ਵਿਚ ਹੈਲਪਸ ਟੂ ਸਿਲੈਕਟ ਦ ਆਪਸ਼ਨ ਕਰੰਟਲੀ ਪੁਆਇੰਟਡ ਬਾਏ ਦ ਕਰਸਰ, ਜੋ ਕਿ ਕਰਸਰ ਦੇ ਜੋ ਸਿਲੈਕਟ ਕੀਤਾ ਹੈ ਉਹਦੇ ਅਕੋਰਡਿੰਗਲੀ ਜਿਹੜਾ ਹੈ ਉਹ ਕੰਮ ਕਰਦੇ ਨੇ। ਵਿਚ ਹੈਲਪ ਟੂ ਸਿਲੈਕਟ ਦ ਆਪਸ਼ਨ ਕਰੰਟਲੀ ਪੁਆਇੰਟਡ ਬਾਏ ਦ ਕਰਸਰ। ਸੋ ਜੋਇਸਟਿਕ ਇਜ਼ ਮੇਨਲੀ ਯੂਜ਼ਡ ਐਜ਼ ਅ ਗੇਮਿੰਗ ਇਨਪੁਟ ਡਿਵਾਈਸ ਹੈ, ਅਤੇ ਇਹਨੂੰ ਗੇਮਸ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਇਹਦੇ ਉੱਪਰ ਬਟਨ ਹੁੰਦੇ ਨੇ ਜੋ ਕਿ ਕਰਸਰ ਦੀ ਮੂਵਮੈਂਟ ਨੂੰ ਕੰਟਰੋਲ ਕਰਦੇ ਨੇ। ਇਹ ਬੈਕਵਰਡ, ਫਾਰਵਰਡ, ਅਪ, ਰਾਈਟ ਮੂਵ ਕਰਦੇ ਨੇ। ਠੀਕ ਹੈ। ਸੋ ਪੰਜਾਬੀ ਵਿੱਚ ਜੋਇਸਟਿਕ ਇੱਕ ਪੁਆਇੰਟਿੰਗ ਯੰਤਰ ਹੈ ਜਿਹੜਾ ਟਰੈਕਬਾਲ ਦੇ ਸਿਧਾਂਤ 'ਤੇ ਕੰਮ ਕਰਦਾ ਹੈ। ਟਰੈਕਬਾਲ ਦੀ ਤਰ੍ਹਾਂ ਹੀ ਇਹ ਕੰਮ ਕਰਦਾ ਹੈ। ਠੀਕ ਹੈ, ਉਹਦੇ ਵਿੱਚ ਵੀ ਬਾਲ ਉੱਪਰ ਹੁੰਦੀ ਹੈ ਜਿਹੜੀ ਕਿ ਮੂਵਮੈਂਟ ਨੂੰ ਕੰਟਰੋਲ ਕਰਦੀ ਹੈ। ਸੇਮ ਜੋਇਸਟਿਕ ਦੇ ਵਿੱਚ ਵੀ ਜਿਹੜਾ ਹੈ ਉਹਦੇ ਮੂਵਮੈਂਟ ਹੈ, ਬਟਨਸ ਉੱਪਰ ਉੱਤੇ ਜਾਂਦੇ ਨੇ ਜਿਹੜੇ ਕੰਟਰੋਲ ਕਰਦੇ ਨੇ। ਇਹ ਇੱਕ ਇਨਪੁਟ ਯੰਤਰ ਹੈ ਜਿਸ ਨੂੰ ਖੇਡਣ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ। ਇੱਕ ਇਨਪੁਟ ਯੰਤਰ ਜਿਸ ਨੂੰ ਗੇਮਸ ਖੇਡਣ ਵਾਸਤੇ ਅਸੀਂ ਵਰਤੋਂ 'ਚ ਲਿਆਉਂਦੇ ਹਾਂ। ਇਹ ਇੱਕ ਖੇਡ ਨਿਯੰਤਰਕ ਦਾ ਕੰਮ ਕਰਦੇ ਹਨ। ਖੇਡ ਨਿਯੰਤਰਕ ਵੀ ਆਪਣੀ ਗੇਮ ਨੂੰ ਕੰਟਰੋਲ ਕਰਨ ਵਾਸਤੇ ਇਹ ਹੈਲਪ ਕਰਦੇ ਨੇ। ਕਰਸਰ ਨੂੰ ਸਹੀ ਦਿਸ਼ਾ ਉੱਤੇ ਲਿਆਉਣ ਲਈ ਸਾਡੇ ਕੋਲ ਇੱਕ ਸੋਟੀ ਹੈ ਜਿਸ ਨੂੰ ਅੱਗੇ ਜਾਂ ਪਿੱਛੇ ਹਿਲਾਇਆ ਜਾ ਸਕਦਾ ਹੈ। ਕਰਸਰ ਨੂੰ ਅਸੀਂ ਸਹੀ ਦਿਸ਼ਾ ਦੇ ਵਿੱਚ ਜਿਹੜਾ ਲਿਜਾਣ ਵਾਸਤੇ ਇਹ ਜਿਹੜੀ ਜੋਇਸਟਿਕ ਹੈ ਜੋ ਕਿ ਇੱਕ ਸਟਿਕ ਦੀ ਤਰ੍ਹਾਂ, ਸੋਟੀ ਦੀ ਤਰ੍ਹਾਂ ਹੁੰਦੀ ਹੈ, ਇਸ ਨੂੰ ਅੱਗੇ ਪਿੱਛੇ, ਉੱਪਰ ਨੀਚੇ, ਠੀਕ ਹੈ, ਅਸੀਂ ਹਿਲਾ ਸਕਦੇ ਹਾਂ। ਪੋਟੈਂਸ਼ੀਓਮੀਟਰ ਨੂੰ ਹਿਲਾਉਣ ਲਈ ਪ੍ਰਯੋਗ ਕੀਤਾ ਜਾ ਸਕਦਾ ਹੈ। ਸਾਡੇ ਕੋਲ ਕੁਝ ਜੋਇਸਟਿਕ ਦੇ ਸਟਿਕ ਦੇ ਉੱਪਰ ਬਟਨ ਹੁੰਦੇ ਹਨ। ਸਟਿਕ ਦੇ ਉੱਪਰ ਕਹਿੰਦੇ ਕੁਝ ਜਿਹੜੀਆਂ ਜੋਇਸਟਿਕਸ ਨੇ ਉਹਨਾਂ ਦੇ ਉੱਪਰ ਬਟਨ ਹੁੰਦੇ ਹਨ ਜਿਹੜੇ ਵਿਕਲਪ ਨੂੰ ਚੁਣਨ ਵਿੱਚ, ਕੋਈ ਆਪਸ਼ਨ ਨੂੰ ਚੁਣਨਾ ਹੈ ਉਹਦੇ ਵਿੱਚ ਮਦਦ ਕਰਦੇ ਹਨ। ਵਰਤਮਾਨ ਵਿੱਚ ਜਿਹੜਾ ਕਰਸਰ ਦੁਆਰਾ ਪ੍ਰਦਰਸ਼ਿਤ ਹਨ, ਜੋ ਕਿ ਸਾਨੂੰ ਅੱਗੇ ਸਕਰੀਨ 'ਚ ਸ਼ੋ ਹੋਏਗਾ, ਕਰਸਰ ਦੀ ਮੂਵਮੈਂਟ ਨੂੰ ਹੈਲਪ ਕਰਦੇ ਨੇ ਕੰਟਰੋਲ ਕਰਨ ਵਿੱਚ। ਠੀਕ ਹੈ, ਸੋ ਇਹ ਸੀ ਸਾਡਾ
नेक्स्ट इनपुट यंत्र। थैंक यू वेरी मच।